ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਆਓ ਅੱਜ ਅਸੀਂ ਤੁਹਾਡੇ ਸੀਨੀਅਰ ਕਲਾਸ ਦੇ ਵਿਸ਼ੇ ਕੰਪਿਊਟਰ ਸਾਇੰਸ ਦਾ ਦੂਜਾ ਅਧਿਆਇ ਸ਼ੁਰੂ ਕਰੀਏ। ਇਸ ਚੈਪਟਰ ਵਿੱਚ ਅਸੀਂ ਸਟ੍ਰਿੰਗ ਹੈਂਡਲਿੰਗ ਫੰਕਸ਼ਨਸ ਦੇ ਬਾਰੇ ਪੜ੍ਹਾਂਗੇ। ਉਹ ਕਿਸ ਤਰ੍ਹਾਂ ਨਾਲ ਡਿਕਲੇਅਰ ਅਤੇ ਇਨੀਸ਼ੀਅਲਾਈਜ਼ ਕੀਤੇ ਜਾ ਸਕਦੇ ਹਨ, ਉਹਨਾਂ ਨੂੰ ਕਿਵੇਂ ਰੀਡ ਐਂਡ ਰਾਈਟ ਕੀਤਾ ਜਾ ਸਕਦਾ ਹੈ, ਸਟ੍ਰਿੰਗ ਇਨਪੁਟ ਐਂਡ ਆਊਟਪੁੱਟ ਫੰਕਸ਼ਨਸ ਕਿਸ ਤਰ੍ਹਾਂ ਦੇ ਹੁੰਦੇ ਹਨ, ਐਂਡ string.h ਹੈਡਰ ਫਾਈਲ ਦੇ ਵਿੱਚ ਕਿਹੜੇ ਆਪਰੇਸ਼ਨ ਮਿਲਦੇ ਹਨ। ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ ਕਰੈਕਟਰ ਤੋਂ। ਕਰੈਕਟਰ ਇੱਕ ਅਕੇਰਾ ਅੱਖਰ, ਇਹ ਕੋਈ ਲੈਟਰ, ਨਿਊਮਰਲ, ਪੰਕਚੁਏਸ਼ਨ ਮਾਰਕ ਜਾਂ ਕੋਈ ਸਿੰਬਲ ਵੀ ਹੋ ਸਕਦਾ ਹੈ। ਬਟ ਸਟ੍ਰਿੰਗ ਚਿੰਨ੍ਹਾਂ ਦਾ ਇੱਕ ਸਾਰ ਹੁੰਦਾ ਹੈ। ਦੋਹਰੇ ਕੰਟੇਸ਼ਨ ਚਿੰਨ੍ਹਾਂ ਦੇ ਨਾਲ, ਡਬਲ ਕੋਟਸ ਦੇ ਨਾਲ ਪਰਿਭਾਸ਼ਿਤ ਕੀਤੇ ਗਏ ਚਿੰਨ੍ਹਾਂ ਦਾ ਸੈੱਟ ਜਾਂ ਕੋਈ ਵੀ ਸਾਰ ਇੱਕ ਸਥਾਈ ਜਾਂ ਨਿਰੰਤਰ ਚਿੰਨ੍ਹ ਹੁੰਦਾ ਹੈ। ਸਟ੍ਰਿੰਗ ਟੈਕਸਟ ਡਾਟਾ ਨੂੰ ਕਾਬੂ ਕਰਨ ਲਈ ਵਰਤੇ ਜਾਂਦੇ ਹਨ, ਜਿਸ ਵਿੱਚ ਅੱਖਰ, ਲੈਟਰ, ਨੂਮੈਰਿਕ, ਪੰਕਚੁਏਸ਼ਨ ਮਾਰਕ, ਸਿੰਬਲ ਵੀ ਸ਼ਾਮਲ ਹੁੰਦੇ ਹਨ। ਹੇਠ ਦਿੱਤੀ ਗਈ ਮਿਸਾਲ ਵਿੱਚ ਕੰਪਿਊਟਰ 8 ਚਿੰਨ੍ਹਾਂ ਦੀ ਸਟ੍ਰਿੰਗ ਹੈ ਅਤੇ ਰੈਮ ਵਿੱਚ ਸਟੋਰ ਹੁੰਦੀ ਹੈ, ਜਿੱਥੇ CH ਕਰੈਕਟਰ ਦੇ ਐਰੇਜ਼ ਨੂੰ ਦਰਸਾਉਂਦੀ ਹੈ। ਤੁਸੀਂ ਇਸ ਟੇਬਲ ਦੇ ਵਿੱਚ ਦੇਖ ਸਕਦੇ ਹੋ COMPUTER ਅਲੱਗ-ਅਲੱਗ ਮੈਮਰੀ ਦਾ ਸਥਾਨ ਘੇਰ ਰਹੇ ਹਨ, ਜਿਹੜੇ ਕਿ CH0 ਤੋਂ ਸਟਾਰਟ ਹੋ ਕੇ CH7 ਤੱਕ ਜਾਂਦੇ ਹਨ। C ਇੱਕ ਸਟ੍ਰਿੰਗ ਹੈਂਡਲਿੰਗ ਫੰਕਸ਼ਨ ਪ੍ਰਦਾਨ ਕਰਦੀ ਹੈ, ਜਿਹੜੇ ਹੈਡਰ ਫਾਈਲ string.h ਵਿੱਚ ਪਰਿਭਾਸ਼ਿਤ ਕੀਤੇ ਜਾਂਦੇ ਹਨ। ਇਹ ਦਿੱਤੇ ਗਏ ਇੱਕ ਸਮੂਥ ਤਰ੍ਹਾਂ ਹੁੰਦੇ ਹਨ ਜੋ ਹੇਠ ਲਿਖੇ ਕੰਮ ਕਰਦੇ ਹਨ। ਪਹਿਲਾ, ਸਟ੍ਰਿੰਗ ਪੜ੍ਹਨਾ, ਸਟ੍ਰਿੰਗ ਪ੍ਰਦਰਸ਼ਿਤ ਕਰਨਾ, ਮਿਲਾਉਣਾ ਜਾਂ ਸਟ੍ਰਿੰਗ ਨੂੰ ਲੜੀਬੰਦ ਕਰਨਾ, ਇੱਕ ਸਟ੍ਰਿੰਗ ਨੂੰ ਦੂਸਰੇ ਤੇ ਕਾਪੀ ਕਰਨਾ, ਸਟ੍ਰਿੰਗ ਦੀ ਤੁਲਨਾ ਕਰਨਾ, ਸਟ੍ਰਿੰਗ ਦੇ ਇੱਕ ਭਾਗ ਨੂੰ ਕੱਢਣਾ। ਤੁਸੀਂ ਦੇਖੋ ਕਿ ਸਟ੍ਰਿੰਗ ਮੈਮਰੀ ਇੱਕ ਸਟੋਰ ਕੀਤੀਆਂ ਜਾਂਦੀਆਂ ਹਨ, ਕਿਉਂ ਜੋ ASCII ਕੋਡ ਜਿਹੜੇ ਸਟ੍ਰਿੰਗ ਨੂੰ \0 ਜਿਹੜੀ ਕਿ ASCII ਵੈਲਿਊ ਦੇ ਅਨੁਸਾਰ ਨਲ ਵੈਲਿਊ ਹੁੰਦੀ ਹੈ ਨਾਲ ਜੋੜਦੇ ਹਨ। ਆਮ ਤੌਰ ਤੇ ਇਹ ਚਿੰਨ੍ਹ ਇੱਕ ਬਾਈਟ ਵਿੱਚ ਸਟੋਰ ਕੀਤਾ ਜਾਂਦਾ ਹੈ। ਕ੍ਰਮਵਾਰ ਕਰੈਕਟਰ ਕ੍ਰਮਵਾਰ ਬਾਈਟਸ ਵਿੱਚ ਸਟੋਰ ਕੀਤੇ ਜਾਂਦੇ ਹਨ। ਕਰੈਕਟਰ MYS9EIS ਇਹ ਫੋਲੋਇੰਗ ASCII ਕੋਡ ਨਾਲ ਸੰਬੰਧਿਤ ਰੱਖਦੇ ਹਨ। ASCII ਕੋਡ ਕੀ ਹੈ? ਇਹ ਇੱਕ ਅਮਰੀਕਨ ਸਟੈਂਡਰਡ ਕੋਡ ਹੁੰਦਾ ਹੈ। ਧਿਆਨ ਨਾਲ ਦੇਖੋ ਤਾਂ ਤੁਸੀਂ ਇਹ ਦੇਖੋਗੇ ਕਿ ਅੰਤਿਮ ਕਰੈਕਟਰ \0 ਦੇ ਨਾਲ ਦਰਸਾਇਆ ਜਾਂਦਾ ਹੈ। ਅੰਤਿਮ ਚਿੰਨ੍ਹ ਖਾਲੀ ਚਿੰਨ੍ਹ ਨਲ ਕਰੈਕਟਰ ਹੁੰਦਾ ਹੈ, ਜਿਸ ਦਾ ASCII ਮੁੱਲ 0 ਹੁੰਦਾ ਹੈ। ਕੰਪਿਊਟਰ ਦੀ ਮੈਮਰੀ ਸਾਰੇ ਡਾਟਾ ਨੂੰ ਇੱਕ ਨਿਊਮੈਰਿਕ ਫਾਰਮ ਦੇ ਵਿੱਚ ਸਟੋਰ ਕਰਦੀ ਹੈ। ਕਰੈਕਟਰਸ ਨੂੰ ਸਟੋਰ ਕਰਨ ਦਾ ਹੋਰ ਕੋਈ ਦੌਰਾਨ ਨਹੀਂ ਹੁੰਦਾ। ਇਸ ਟੇਬਲ ਦੇ ਵਿੱਚ ਤੁਸੀਂ ਇੱਕ ਐਗਜ਼ਾਮਪਲ ਦੇਖ ਸਕਦੇ ਹੋ, ਜਿੱਥੇ ASCII ਟੇਬਲ ਵੱਖਰੇ ਕਰੈਕਟਰਸ ਨੂੰ ਸਪੇਸ ਅਨੁਸਾਰ ਰੱਖਦਾ ਹੈ। ਤੁਸੀਂ ਧਿਆਨ ਨਾਲ ਦੇਖੋ, ਹਰ ਇੱਕ ਅੱਖਰ ਦਾ, ਹਰ ਇੱਕ ਚਿੰਨ੍ਹ ਦਾ ਆਪਦਾ ਇੱਕ ਸਥਾਨ ਹੈ। ਹੁਣ ਅਸੀਂ ਦੇਖਦੇ ਹਾਂ
ਡਿਕਲੇਰੇਸ਼ਨ ਅਤੇ ਇਨੀਸ਼ੀਅਲਾਈਜੇਸ਼ਨ ਸਟ੍ਰਿੰਗ ਵੇਰੀਏਬਲਸ ਇਹ ਕਿਸ ਤਰ੍ਹਾਂ ਦੇ ਹੁੰਦੇ ਹਨ, ਇਹਨਾਂ ਦਾ ਸਿੰਟੈਕਸ ਕੀ ਹੁੰਦਾ ਹੈ। ਜਿਵੇਂ ਕਿ ਆਪਾਂ ਕਿਸੇ ਹੋਰ ਵਾਕ ਨੂੰ ਪਰਿਭਾਸ਼ਿਤ ਕਰਨ ਦੇ ਲਈ ਇੱਕ ਵੱਖਰਾ ਚਿੰਨ੍ਹ ਜਾਂ ਵੱਖਰੇ ਵਾਕ ਰਚਨਾ ਦਾ ਇਸਤੇਮਾਲ ਕਰਦੇ ਹਾਂ, ਸਟ੍ਰਿੰਗ ਨੂੰ ਵੀ ਵਰਤਣ ਲਈ ਅਸੀਂ ਇੱਕ ਖਾਸ ਵਾਕ ਰਚਨਾ ਦਾ ਯੂਜ਼ ਕਰਦੇ ਹਾਂ, ਜਿਵੇਂ ਕਿ ਡਾਟਾ ਟਾਈਪ। ਡਾਟਾ ਟਾਈਪ ਕੀ ਹੋ ਸਕਦਾ ਹੈ, ਕਰੈਕਟਰ, ਇੰਟੀਜਰ ਜਾਂ ਫਲੋਟ। ਬਟ ਡਾਟਾ ਕਿਸਮਾਂ ਸਟ੍ਰਿੰਗ ਦੇ ਵਿੱਚ ਆਮ ਤੌਰ ਤੇ CHAR ਹੀ ਹੁੰਦੀਆਂ ਹਨ, ਕਰੈਕਟਰ ਦੀਆਂ। ਸਾਈਜ਼ ਫੈਲਾ ਕਰਦਾ ਹੈ ਸਟ੍ਰਿੰਗ ਵਿੱਚ ਕਿੰਨੇ ਚਿੰਨ੍ਹ ਕਰੈਕਟਰ ਹੋਣਗੇ। ਅਸੀਂ ਜਦੋਂ ਚਿੰਨ੍ਹ ਜਾਂ ਕਰੈਕਟਰ ਸਟ੍ਰਿੰਗ ਦਾ ਕੰਪਾਈਲ ਕਰਦੇ ਹਾਂ ਤਾਂ ਕੰਪਾਈਲਰ ਆਪਣੇ ਆਪ ਸਟ੍ਰਿੰਗ ਦੇ ਅੰਤ ਵਿੱਚ EOS ਯਾਨੀ ਕਿ ਐਂਡ ਆਫ ਸਟ੍ਰਿੰਗ ਜਾਂ ਖਾਲੀ ਚਿੰਨ੍ਹ ਨਾਲ ਕਰੈਕਟਰ ਸਪਲਾਈ ਕਰਦੇ ਹਨ। ਇਸ ਲਈ ਸਟ੍ਰਿੰਗ ਦਾ ਸਾਈਜ਼, ਧਿਆਨ ਨਾਲ ਸੁਣੋ, ਸਟ੍ਰਿੰਗ ਦਾ ਸਾਈਜ਼ ਵਿੱਚ ਚਿੰਨ੍ਹ ਕਰੈਕਟਰ ਦੀ ਵੱਧ ਤੋਂ ਵੱਧ ਸੰਖਿਆ ਵਿੱਚ ਇੱਕ ਅੰਕ ਜਮ੍ਹਾਂ ਕਰਕੇ ਹੁੰਦਾ ਹੈ। ਨਿਊਮੈਰਿਕ ਐਰੇ ਦੀ ਤਰ੍ਹਾਂ ਹੀ ਕਰੈਕਟਰ ਐਰੇ ਵੀ ਪ੍ਰੋਗਰਾਮ ਵਿੱਚ ਦੇਖਣ ਤੋਂ ਪਹਿਲਾਂ ਹੀ ਡਿਕਲੇਅਰ ਕੀਤਾ ਜਾਣਾ ਚਾਹੀਦਾ ਹੈ। ਡਾਟਾ ਕੈਰ ਟਾਈਪ ਵਿੱਚ ਤਬਦੀਲੀ ਤੋਂ ਇਲਾਵਾ ਵਾਕ ਰਚਨਾ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ ਅਤੇ ਕਰੈਕਟਰ ਐਰੇ ਦੇ ਹਰ ਇੱਕ ਐਲੀਮੈਂਟ ਦੀ ਇਨੀਸ਼ੀਅਲਾਈਜੇਸ਼ਨ ਕੈਰ ਕੌਨਸਟੈਂਟ ਨਾਲ ਹੁੰਦੀ ਹੈ, ਜੋ ਕਿ ਅਸਾਈਨਿੰਗ ਕਰੈਕਟਰ ਦੀ ਸਥਾਈ ਇੱਕ ਐਰੇ ਕੋਡ ਸਿੰਗਲ ਕੋਟੇਸ਼ਨਸ ਨਾਲ ਨੱਥੀ ਇੱਕ ਕਰੈਕਟਰ ਦੁਆਰਾ ਬਣਾਇਆ ਗਿਆ ਹੈ। ਮਿਸਾਲ ਦੇ ਦੁਆਰਾ ਅਸੀਂ ਇੱਕ ਕਰੈਕਟਰ ਐਰੇ ਦਾ ਆਰੰਭ ਕਰਦੇ ਹਾਂ ਜਦੋਂ ਉਹਨਾਂ ਨੂੰ ਡਿਕਲੇਅਰ ਕੀਤਾ ਜਾਂਦਾ ਹੈ। ਉਹ ਦੋ ਰੂਪਾਂ ਵਿੱਚ ਆਰੰਭ ਇਨੀਸ਼ੀਅਲਾਈਜ਼ ਕੀਤੇ ਜਾਂਦੇ ਹਨ। ਪਹਿਲਾ CHAR ਨੇਮ, ਅਸੀਂ ਡਾਟਾ ਟਾਈਪ ਕੀ ਲਿਆ, ਕਰੈਕਟਰ। ਦੈਨ ਕਿਸ ਤਰ੍ਹਾਂ ਦਾ ਐਰੇ ਡਿਕਲੇਅਰ ਕਰ ਰਹੇ ਹਾਂ, ਉਸਨੂੰ ਅਸੀਂ ਨੇਮ ਦਿੱਤਾ ਹੈ। ਅਸੀਂ ਕੋਈ ਵੀ ਨੇਮ ਯੂਜ਼ ਕਰ ਸਕਦੇ ਹਾਂ। ਇੱਥੇ ਉਸ ਦਾ ਵੈਲਿਊ ਕਿੰਨੀ ਹੈ, 10 ਇਜ਼ ਇਕੁਅਲ ਟੂ ਕਰਲੀ ਬ੍ਰੈਕਟਸ ਦੇ ਵਿੱਚ ਅਸੀਂ ਸਿੰਗਲ ਕੋਟਸ ਦੇ ਵਿੱਚ ਇੱਕ ਐਰੇ ਕੋਡ ਦੇ ਵਿੱਚ ਆਰ ਅਲੱਗ-ਅਲੱਗ ਚਿੰਨ੍ਹਾਂ ਨੂੰ ਡਿਕਲੇਅਰ ਕਰਦੇ ਹਾਂ ਤੇ ਐਂਡ ਦੇ ਵਿੱਚ ਕੀ ਡਿਕਲੇਅਰ ਕਰ ਰਹੇ ਹਾਂ, \0। ਇੱਥੇ ਨੇਮ 10 ਇੱਕ ਸਟ੍ਰਿੰਗ ਹੈ ਅਤੇ ਆਪਣੇ ਪਹਿਲੇ 4 ਐਲੀਮੈਂਟਸ ਜੋ ਕਿ ਕ੍ਰਮਵਾਰ RAMA ਹੁੰਦੇ ਹਨ ਨੂੰ ਆਰੰਭ ਕਰਦਾ ਹੈ ਅਤੇ ਪੰਜਵੇਂ ਐਲੀਮੈਂਟ ਨੂੰ ਖਾਲੀ ਚਿੰਨ੍ਹ ਦੇ ਨਾਲ ਅਸਾਈਨ ਕੀਤਾ ਗਿਆ ਹੈ, ਜਿਸ ਦੇ ਨਾਲ ਸਟ੍ਰਿੰਗ ਖਤਮ ਹੁੰਦੀ ਹੈ। ਇਸੇ ਤਰ੍ਹਾਂ ਹੀ ਇੱਕ ਹੋਰ ਮਿਸਾਲ ਦੇ ਵਿੱਚ ਅਸੀਂ ਕਰੈਕਟਰ ਡੇਜ਼ ਸਕੁਅਰ ਬ੍ਰੈਕਟ ਦੇ ਵਿੱਚ 10 ਇਜ਼ ਇਕੁਅਲ ਟੂ ਮੰਡੇ, ਇਸ ਨੂੰ ਅਸੀਂ ਡਬਲ ਕੋਟਸ ਦੇ ਵਿੱਚ ਲਿਖਿਆ ਹੈ। ਇੱਥੇ ਸਟ੍ਰਿੰਗ ਮੰਡੇ ਦਾ ਹਰ ਇੱਕ ਕਰੈਕਟਰ ਐਰੇ ਦੇ ਵਿਅਕਤੀਗਤ ਐਲੀਮੈਂਟਸ ਵਿੱਚ ਸਟੋਰ ਕੀਤਾ ਜਾਂਦਾ ਹੈ, ਪਰੰਤੂ ਇਹ ਸਟ੍ਰਿੰਗ ਦੇ ਅੰਤ ਤੇ ਨਲ ਕਰੈਕਟਰ ਸ਼ਾਮਿਲ ਕਰਦਾ ਹੈ। ਅਸੀਂ ਇੱਕ ਐਰੇ ਨੂੰ ਆਕਾਰ ਨਿਸ਼ਚਿਤ ਕੀਤੇ ਬਿਨਾਂ ਵੀ ਆਰੰਭ ਕਰ ਸਕਦੇ ਹਾਂ, ਜਿਵੇਂ CHAR there is no value given is equal to RAMA। ਇਸ ਮਿਸਾਲ ਨੂੰ ਅਸੀਂ ਹੇਠ ਲਿਖੇ ਪ੍ਰੋਗਰਾਮ ਦੇ ਨਾਲ ਸੰਬੋਧਨ ਕਰ ਸਕਦੇ ਹਾਂ। ਧਿਆਨ ਨਾਲ ਸਕਰੀਨ ਤੇ ਦੇਖੋ। ਸਭ ਤੋਂ ਪਹਿਲਾਂ ਸਟ੍ਰਿੰਗ ਯੂਜ਼ ਕਰਨ ਲਈ ਅਸੀਂ ਹੈਡਰ ਫਾਈਲ string.h ਦੀ ਇਨਕਲੂਜਨ ਦੀ ਵਰਤੋਂ ਜ਼ਰੂਰ ਕਰਨੀ ਹੈ। ਸਟੈਂਡਰਡ ਇਨਪੁਟ ਆਉਟਪੁੱਟ ਹੈਡਰ ਫਾਈਲਸ ਤਾਂ ਸ਼ਾਮਿਲ ਹੁੰਦੀਆਂ ਹੀ ਹਨ, ਬਟ ਸਟ੍ਰਿੰਗ ਦੇ ਲਈ ਕੀ ਯੂਜ਼ ਕਰਦੇ ਹਾਂ, string.h। ਨਾਓ ਪ੍ਰੋਗਰਾਮ ਸ਼ੁਰੂ ਕਰਨ ਤੇ ਹੀ ਅਸੀਂ ਇਨੀਸ਼ੀਅਲਾਈਜ਼ ਕੀਤਾ int a, count। ਅਸੀਂ ਦੋ ਇੰਟੀਜਰ ਇਨਪੁਟ ਕੀਤੇ, int a and count। ਕਰੈਕਟਰ my string, ਦੇਖੋ ਡਬਲ \/ ਲਾ ਕੇ ਅਸੀਂ ਇਸ ਨੂੰ ਇੱਕ ਕਮੈਂਟ ਦੇ ਰੂਪ ਵਿੱਚ ਬਦਲ ਦਿੱਤਾ ਹੈ। ਜੋ ਵੀ ਅਸੀਂ ਡਬਲ \/ ਤੋਂ ਬਾਅਦ ਦੇ ਵਿੱਚ ਲਿਖਦੇ ਹਾਂ ਉਹ C ਪ੍ਰੋਗਰਾਮ ਦੇ ਵਿੱਚ ਐਡ ਨਹੀਂ ਹੁੰਦਾ। ਦੂਸਰੀ ਗੱਲ, ਅਸੀਂ ਜਿਵੇਂ ਜਾਣਦੇ ਹਾਂ
कि C ਦੇ ਕਿਸੇ ਵੀ ਵੇਰੀਏਬਲ ਦੇ ਵਿੱਚ ਸਪੇਸ ਨਹੀਂ ਹੋ ਸਕਦੀ। ਇਸੇ ਖਾਤਰ my underscore string यूज़ की गई है। ध्यान नाल इस प्रोग्राम नू देखो, लाइन 1 लाइन 2 लाइन 3 एंड लाइन 4 तो लाइन 5 तक पहुँचते पहुँचते सिर्फ स्ट्रिंग की वैल्यू GOA एंड दैन \0 है तो इसनू इत्थे असी प्रिंट करवा दिता है। जो इसनू कंपाइल किया जाएगा तो कंपाइल करने तो बाद वैल्यू की आएगी, स्ट्रिंग इज इक्वल टू %s जो कि स्ट्रिंग नू कॉल करता है अते माई स्ट्रिंग की वैल्यू की यूज़ की गई है 0 1 2 3 GOA। इसका स्पष्टीकरण इस पेज दे विच दिता गया है, इसनू ध्यान नाल पढ़ो अते कोई भी क्वेश्चन है तो प्लीज़ मेथों पुछो। इसे तरह ही असी होर प्रोग्राम दे सकते हाँ टू डेमोनस्ट्रेट प्रिंटिंग ऑफ अ स्ट्रिंग। नैक्सट पेज के उत्ते सिर्फ एक स्ट्रिंग नू प्रिंट किया जा रहा है विद अ लूप, विद द हेल्प ऑफ लूप। नैक्सट प्रोग्राम दिता गया है, एक प्रोग्राम एक स्ट्रिंग नू प्रवान करता है अते इस विच करैक्टर की संख्या की गिनती करता है अते प्रिंट करता है। इस तो की भाव है, पहला उसनू चैक करेगा स्ट्रिंग की है, दैन वो उस विच किन्ने करैक्टर हैं। ये प्रोग्राम तुसी आपदे C कंपाइलर दे विच बना के देखो अते क्वेश्चनस पुछो। हुण असी शुरू करांगे रीडिंग एंड राइटिंग स्ट्रिंग्स नू किद्दां पढ़ना है अते लिखना है। इनपुट आउटपुट स्टेटमेंट्स की वरतों नाल एक स्ट्रिंग नू लिखिया या पढ़िया जा सकता है। स्ट्रिंग पढ़न दे लई किहड़े-किहड़े फंक्शन यूज़ करते हाँ, scanf, getS एंड getCharacter। जिवें कि आपां पिछले प्रोग्राम्स दे विच देखिया है, जदों आपां स्ट्रिंग नू कॉल करते हाँ दैन %s की वरतों फॉर्मेट की स्पैसीफिकेशन जरूरी होंदी है। तो स्ट्रिंग नू लिखण दे लई आपां किहड़े फंक्शन यूज़ करते हाँ, printf, puts एंड putCharacter। तीन मेन फंक्शन हैं कॉलिंग के लिए। दैन रीडिंग फ्रॉम अ मॉनीटर तो किवें पढ़िया जा सकता है, मिसाल लई करैक्टर एड्रैस 15, scanf %s केड़ा एड्रैस की वैल्यू 15। scanf स्टेटमेंट की वरतों नाल इनपुट करन विच समस्या यह है कि यह स्टेटमेंट विच एक खाली स्थान मिलन ते इसनू खत्म कर दिंदी है। खाली स्थान तो भाव है कि स्टेटमेंट अपने आप ही खत्म हो जाती है। मान लो कि असी स्ट्रिंग न्यूयॉर्क टाइप किया है तो केवल स्ट्रिंग न्यू ही पढ़ी जाएगी। क्यों? जो शब्द न्यू के बाद खाली स्थान है इसलिए स्ट्रिंग नू खत्म कर देगी। scanf बहुत शब्दावली स्ट्रिंग प्राप्त करने के काबिल नहीं है, इसलिए नाम जिमें कि राम, गोपाल गैर प्रवानयोग होंदे हैं, अनएक्सैप्टेबल। इस दे हल लई getS फंक्शन की वरतों की जाती है। getS फंक्शन अते इस दे काउंटर पार्ट puts की वरतों हेठां दर्शाई गई है। ध्यान नाल इस प्रोग्राम नू देखो, करैक्टर नेम with 25 array memory slots, printf enter your full name। हुण आउटपुट दे लई मॉनीटर ते आउटपुट दे लई असी printf यूज़ कीता है। दैन getS नेम असी scanf की जगह ते getS नेम, दैन printf की जगह ते puts hello, puts फिर किया अपन नेम यूज़ करते हैं। ये इनपुट आउटपुट फंक्शंस printf एंड scanf के काउंटर पार्ट्स हैं। जो इस प्रोग्राम नू कंपाइल किया जाएगा, एंटर योर फुल नेम राम गोपाल, क्योंकि \n की वरतों नहीं की गई। फिर नैक्सट लाइन दे विच हैलो राम गोपाल आवेगा। इस प्रोग्राम नू बनाउण दे विच कोई क्वेश्चन आवे
ਤਾਂ ਮੈਥੋਂ ਪੁੱਛ ਸਕਦੇ ਹੋ। ਪੁਟੈਸ ਇੱਕ ਸਮੇਂ ਵਿੱਚ ਕੇਵਲ ਇੱਕੋ ਹੀ ਸਟ੍ਰਿੰਗ ਪਰਿਭਾਸ਼ਿਤ ਕਰ ਸਕਦੀ ਹੈ, ਇਸ ਲਈ ਇਸ ਪ੍ਰੋਗਰਾਮ ਵਿੱਚ ਦੋ ਪੁਟੈਸ ਵਰਤੇ ਗਏ ਹਨ। ਇਸ ਸਟ੍ਰਿੰਗ ਨੂੰ ਪਰਿਭਾਸ਼ਿਤ ਕਰਨ ਤੇ ਪ੍ਰਿੰਟਫ ਦੇ ਉਲਟ ਪੁਟੈਸ ਕਰਸਰ ਨੂੰ ਅਗਲੀ ਲਾਈਨ ਤੇ ਰੱਖਦਾ ਹੈ, ਭਾਵੇਂ ਗੈਟਸ ਇੱਕ ਸਮੇਂ ਤੋਂ ਇੱਕੋ ਸਟ੍ਰਿੰਗ ਹੀ ਪ੍ਰਾਪਤ ਕਰਦਾ ਹੈ, ਪਰ ਇਹ ਬਹੁ ਸ਼ਬਦਾਵਲੀ ਸਟ੍ਰਿੰਗ ਦੀ ਵਰਤੋਂ ਨਾਲ ਪ੍ਰਾਪਤ ਕਰਦਾ ਹੈ। ਅੱਜ ਦੇ ਲਈ ਇਸ ਪਾਠ ਦਾ ਪਹਿਲਾ ਹਿੱਸਾ ਖਤਮ ਹੁੰਦਾ ਹੈ। ਨੈਕਸਟ ਪਾਰਟ ਦੇ ਵਿੱਚ ਆਪਾਂ string.h ਦੇ ਬਾਰੇ ਪੜਾਂਗੇ ਤੇ ਸਟੈਂਡਰਡ ਇਨਪੁਟ ਆਊਟਪੁੱਟ ਹੈਡਰ ਫਾਈਲਸ ਜਿਹੜੀਆਂ ਯੂਜ਼ ਹੁੰਦੀਆਂ ਹਨ ਉਸ ਦੇ ਬਾਰੇ ਥੋੜਾ ਪੜਾਂਗੇ। ਧੰਨਵਾਦ। ਕੋਈ ਵੀ ਸਵਾਲ ਹੋਵੇ ਤਾਂ ਬੇਝਿਜਕ ਮੇਰੇ ਤੋਂ ਪੁੱਛ ਸਕਦੇ ਹੋ।